ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਬੈਠੇ ਹਾਂ ਗੁਰੂ ਤੇਗ ਬਹਾਦਰ ਕਾਲਜ ਦੇ ਵਿਹੜੇ ਦੇ ਵਿੱਚ। ਸਾਡੇ ਨਾਲ ਨੇ ਗੁਰੂ ਤੇਗ ਬਹਾਦਰ ਕਾਲਜ ਦੇ ਪ੍ਰਿੰਸੀਪਲ ਡਾਕਟਰ ਨਾਨਕ ਸਿੰਘ ਹੋਣੀ ਤੇ ਇੱਥੋਂ ਦਾ ਹੀ ਬਹੁਤ ਗਿਆਨਵਾਨ ਸਟਾਫ। ਅੱਜ ਦਾ ਸਾਡਾ ਵਿਚਾਰ ਵਟਾਂਦਰੇ ਦਾ ਵਿਸ਼ਾ ਹੈ ਸੁਚੱਜੇ ਜੀਵਨ ਨੂੰ ਜਿਉਣ ਦੀ ਕਲਾ। ਇੱਕ ਚੰਗਾ ਜੀਵਨ ਕਿੱਦਾਂ ਜੀਆ ਜਾ ਸਕਦਾ। ਸਭ ਤੋਂ ਪਹਿਲਾਂ ਡਾਕਟਰ ਨਾਨਕ ਸਿੰਘ ਹੋਣਾ ਨੂੰ ਪੁੱਛਾਂਗੇ ਕਿ ਸਰ ਜੀਵਨ ਕੀ ਆ, ਜੀਵਨ ਬਾਰੇ ਸਾਡੇ ਦਰਸ਼ਕਾਂ ਨੂੰ ਚਾਨਣਾ ਪਾਓ। ਸਭ ਤੋਂ ਜਿਹੜੀ ਮਹੱਤਵਪੂਰਨ ਚੀਜ਼ ਹੈ ਕਿ ਬਰੀਥਿੰਗ ਇਜ਼ ਨਾਟ ਲਿਵਿੰਗ, ਦੇਅਰ ਮਸਟ ਬੀ ਕੁਆਲਿਟੀ ਇਨ ਲਾਈਫ। ਉਸ ਅਕਾਲ ਪੁਰਖ ਨੇ, ਬ੍ਰਹਮੰਡ ਦੇ ਰਚੇਤਾ ਨੇ ਜੋ ਕੁਝ ਕ੍ਰੀਏਟ ਕੀਤਾ ਹੈ ਆਪਣੇ ਆਪ 'ਚ ਬੜਾ ਵਿਚਿੱਤਰ ਹੈ। ਹਰ ਚੀਜ਼ ਆਰਟਿਸਟਿਕ ਤਰੀਕੇ ਦੇ ਨਾਲ ਕ੍ਰੀਏਟ ਕੀਤੀ ਗਈ ਹੈ, ਜਿਸ ਨੂੰ ਕੋਈ ਚੇਂਜ ਕਰਨ ਦੀ ਜ਼ਰੂਰਤ ਨਹੀਂ ਪਈ। ਮਨੁੱਖੀ ਜੀਵਨ ਇੱਕ ਐਸਾ ਮਾਡਲ ਬਣਾਇਆ ਜਿਹੜਾ ਕਿ ਯੁਗਾ ਯੁਗਾਂਤਰ ਤੋਂ ਚੱਲਦਾ ਆ ਰਿਹਾ ਹੈ। ਉਹ ਯੂਨੀਵਰਸਲ ਮਾਡਲ ਹੈ। ਬਾਕੀ ਹਰ ਚੀਜ਼ ਦੇ ਮਾਡਲ ਫਰਮ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਨੇ, ਪਰ ਜਿਹੜੀ ਚੀਜ਼ ਯੂਨੀਵਰਸਲ ਹੈ ਇਸ ਨੂੰ ਬਦਲਣ ਦੀ ਲੋੜ ਨਹੀਂ ਪਈ ਕਿ ਮਨੁੱਖਾ ਜੀਵਨ ਜੋ ਬਾਡੀ ਦੇ ਆਰਗਨ ਪਹਿਲੇ ਮਨੁੱਖ ਦੇ ਸਨ ਉਸੇ ਰੂਪ 'ਚ ਜਿਹੜਾ ਹੈ ਚੱਲਦਾ ਜਾ ਰਿਹਾ ਹੈ। ਪਰ ਨਾਲ ਜਿਹੜੀ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਉਸ ਰਚੇਤਾ ਦੀ ਕਿ ਅਸੀਂ ਕੋਈ ਬਿਲਡਿੰਗ ਬਣਾਉਣੀ ਹੋਵੇ ਤਾਂ ਕੁਛ ਮਟੀਰੀਅਲ ਲਿਮਟਿਡ ਹੈ, ਇਹ ਆਈਟਮ ਇਕੱਠੀਆਂ ਕਰ ਲਓ, ਸਟਰਕਚਰ ਕੰਪਲੀਟ ਹੋ ਜਾਏਗਾ। ਇਹ ਵਿਚਿੱਤਰ ਮਾਡਲ ਬਣਾਉਣ ਦੇ ਵਾਸਤੇ ਡਿਫਰੈਂਟ ਆਰਗਨ ਵਾਸਤੇ ਕਿਸ ਤਰ੍ਹਾਂ ਸੈੱਲ ਜਿਹੜੇ ਨੇ ਉਹ ਬਣਾਏ ਗਏ ਹੋਣਗੇ, IITs ਕਿਸ ਤਰ੍ਹਾਂ ਕ੍ਰੀਏਟ ਕੀਤੇ ਗਏ ਹੋਣਗੀਆਂ। ਡਾਕਟਰ ਸਾਹਿਬ ਦੱਸਿਓ ਜੀ, ਇੱਕ ਸੁਚੱਜਾ ਜੀਵਨ ਜੀਣ ਲਈ ਜਿੱਥੇ ਇੱਕ ਇਨਸਾਨ ਨੂੰ ਉਹਦੇ ਆਪਣਾ ਵਰਤੋਂ ਵਿਹਾਰ, ਉੱਥੇ ਪਰਿਵਾਰ ਦਾ ਵੀ ਪੂਰਾ ਸਹਿਯੋਗ ਹੋਣਾ ਲਾਜ਼ਮੀ ਹੁੰਦਾ। ਦੇਖੋ ਜਿਹੜਾ ਫੈਮਿਲੀ ਹੈ ਦੈਟਸ ਦ ਬੈਸਟ ਯੂਨਿਟ। ਉਸ ਫੈਮਿਲੀ ਦੇ ਵਿੱਚ ਜਿਹੜਾ ਹੈ ਨਾ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਕੀ ਹੈ, ਸੁਚੱਜੇ ਪਰਿਵਾਰ ਦਾ ਐਟਮੋਸਫੀਅਰ ਦੇਖੋ। ਯੂ ਪ੍ਰੋਵਾਈਡ ਦ ਐਟਮੋਸਫੀਅਰ ਐਂਡ ਰੈਸਟ ਇਜ਼ ਡਨ ਬਾਈ ਦ ਐਟਮੋਸਫੀਅਰ। ਉਸ ਪਰਿਵਾਰ ਦਾ ਮਾਹੌਲ ਦੇਖੋ ਕਿ ਡੈਮੋਕ੍ਰੈਟਿਕ ਹੈ, ਆਟੋਕ੍ਰੈਟਿਕ ਹੈ ਜਾਂ ਪਰਮਿਸਿਵ ਹੈ। ਜੇ ਤਾਂ ਡੈਮੋਕ੍ਰੈਟਿਕ ਐਟਮੋਸਫੀਅਰ ਹੈ, ਹਰ ਇੱਕ ਨੂੰ ਲਿਬਰਟੀ ਹੈ, ਤੇ ਪਰਿਵਾਰ ਦਾ ਮਾਹੌਲ ਡਿਫਰੈਂਟ ਹੋਏਗਾ। ਤੇ ਜੇ ਆਟੋਕ੍ਰੈਟਿਕ ਹੋਏਗਾ ਤਾਂ ਫਾਦਰ ਡੋਮੀਨੇਟਿੰਗ, ਫਾਦਰ ਘਰ ਆਏਗਾ, ਬੱਚੇ ਛੁਪ ਜਾਣਗੇ, ਫਾਦਰ ਨੂੰ ਫਿਰ ਮਾਰਦੇ। ਕਿਉਂਕਿ ਇੱਕ ਜਿਹੜਾ ਛੋਟਾ ਬੱਚਾ ਹੈ ਉਹਦੀ ਜਿਹੜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਹੈ ਉਹ ਫੈਮਿਲੀ ਤੋਂ ਹੀ ਉਸ ਨੂੰ ਮਿਲਦੀ ਹੈ। ਠੀਕ ਹੈ, ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਉਹ ਡਿਫਰੈਂਟ ਸਟੇਜਿਸ ਤੋਂ ਨਿਕਲਦਾ ਹੈ। ਇਨਫੈਂਸੀ ਸਟੇਜ ਤੋਂ ਲੈ ਕੇ ਚਾਈਲਡਹੁੱਡ ਸਟੇਜ ਤੱਕ ਉਹ ਬਹੁਤ ਅਪ ਐਂਡ ਡਾਊਨਸ ਆਉਂਦੀ ਹੈ। ਤੇ ਐਜ਼ ਅ ਮਦਰ ਜਿਹੜੀ ਘਰ ਵਿੱਚ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਉਹ ਉਸ ਬਾਰੇ ਜੋ ਵੀ ਅਪ ਐਂਡ ਡਾਊਨਸ ਜਾਂ ਲਾਈਫ ਦੀਆਂ ਪ੍ਰੋਬਲਮਸ ਨੇ ਉਹ ਆਪਣੇ ਬੱਚੇ ਨੂੰ ਅਗਰ ਉਸ ਦੇ ਬਾਰੇ ਅਵੇਅਰ ਕਰਵਾਏਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਬੱਚਾ ਕਿਸੇ ਵੀ ਪ੍ਰੋਬਲਮ ਨੂੰ ਫੇਸ ਕਰ ਸਕਦਾ ਔਰ ਉਹਦਾ ਹੱਲ ਕੱਢ ਸਕਦਾ। ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰੋਬਲਮਸ ਆ ਚੁੱਕੀਆਂ ਨੇ, ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਇੰਜ਼ਾਇਟੀ ਹੈ ਉਹਨਾਂ ਦੇ ਵਿੱਚ, ਇੰਨੀ ਜ਼ਿਆਦਾ ਫਰਸਟ੍ਰੇਸ਼ਨ ਆ ਚੁੱਕੀ ਹੋਈ ਹੈ ਕਿ ਉਹ ਕਈ ਵਾਰੀ ਇੰਨੇ ਜ਼ਿਆਦਾ ਡਿਪਰੈਸਡ ਹੋ ਜਾਂਦੇ ਆ, ਸੁਸਾਈਡ ਵਰਗੇ ਵੀ ਉਹ ਸਟੈਪਸ ਉਠਾ ਲੈਂਦੇ। ਕਿਉਂਕਿ ਪਰਿਵਾਰ ਦੇ ਵਿੱਚ ਮਤਲਬ ਪਰਿਵਾਰ ਇੱਕ ਸਾਮੀ ਤੇ ਸੁਧਰੀ ਹੋਈ ਜ਼ਿੰਦਗੀ ਆਪਣੇ ਬੱਚਿਆਂ ਨੂੰ ਦੇ ਸਕਦਾ ਕਿ ਜਿਹਦੇ ਵਿੱਚ ਮਦਰ ਦਾ ਰੋਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਏਗਾ ਕਿ ਮਦਰ ਆਪਣੇ ਬੱਚੇ ਨੂੰ ਸਬਰ, ਸੰਤੋਖ ਸਿਖਾ ਸਕਦੀ ਹੈ। ਤੇ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਅੱਜ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਇਹ ਪਰਿਵਾਰ ਹੈ ਕਿ ਜਿਹੜਾ ਬੱਚਿਆਂ ਨੂੰ ਇਹਦੇ ਵਿੱਚੋਂ ਉਭਾਰ ਸਕਦਾ। ਪਰ ਮੈਮ ਅਗਰ ਅਸੀਂ ਗੱਲ ਕਰੀਏ, ਅਗਰ ਮਦਰ ਦਾ ਨਾ ਰੋਲ ਹੈ ਪਰ ਔਰਤ ਨੂੰ ਇੰਨੀ ਜ਼ਿਆਦਾ ਲਿਬਰਟੀ ਨਹੀਂ ਮਿਲਦੀ। ਉਹਦੇ ਹੱਕ ਸਾਰੇ ਖੋਏ ਗਏ ਨੇ, ਉਹਨੂੰ ਕੋਈ ਇੰਨੀ ਲਿਬਰਟੀ ਨਹੀਂ ਮਿਲ ਰਹੀ ਹੈ ਕਿਉਂਕਿ ਸਟਿਲ ਮੇਲ ਡੋਮੀਨੇਟਿੰਗ ਸੋਸਾਇਟੀ 'ਚ ਅਸੀਂ ਰਹਿ ਰਹੇ ਹਾਂ। ਜਿੰਨਾ ਮਰਜ਼ੀ ਅਸੀਂ ਕਹੀਏ ਕਿ ਅਸੀਂ ਪ੍ਰੋਗਰੈਸ ਕਰ ਰਹੇ ਹਾਂ, ਬਟ ਸਟਿਲ ਸੋਸਾਇਟੀ ਜੋ ਹੈ ਉਹ ਹਜੇ ਵੀ ਮੇਲ ਡੋਮੀਨੇਟਿੰਗ ਹੈ। ਇਹ ਜੀਵਨ ਜਦੋਂ ਦਿਨ ਬ ਦਿਨ ਅੱਗੇ ਜਾਂਦਾ ਤਾਂ ਕਈ ਮੁਸ਼ਕਲਾਂ, ਕਈ ਪੜਾਵਾਂ ਦੇ ਵਿੱਚੋਂ ਹੋ ਕੇ ਗੁਜ਼ਰਦਾ, ਉਹਦੇ ਵਿੱਚ ਬੈਲੈਂਸ ਰਹਿਣਾ ਉਹ ਕਿੱਦਾਂ ਰੱਖ ਸਕਦਾ ਵਾ? ਦੇਖੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਫ ਦੇयर इज अ प्रॉब्लम देयर इज अ सॉल्यूशन। देखिए प्रॉब्लम ਜਿਹੜੀ ਹੈ ਮੈਨ ਮੇਡ ਹੈ ਕਿ ਗॉड ਮੇਡ ਹੈ। ਸਮ ਟਾਈਮ ਜਿਹੜਾ ਨਾ ਅਸੀਂ ਪਰਿਵਾਰਾਂ 'ਚ ਪ੍ਰੋਬਲਮ ਜਿਹੜੀਆਂ ਸਾਡੀਆਂ ਮੈਨ ਮੇਡ ਹੁੰਦੀਆਂ ਨੇ, ਵੀ ਟਰਾਈ ਟੂ ਬੀ ਵਟ ਵੀ ਆਰ ਨਾਟ। ਅਸੀਂ ਉਹ ਪੋਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਅਸੀਂ ਨਹੀਂ ਹੈਗੇ। ਫਾਰ ਐਗਜ਼ਾਮਪਲ ਕੀ ਹੈ ਕਿ ਅੱਜ ਕੱਲ੍ਹ ਸਾਡਾ ਜਿਹੜਾ ਸੋਸ਼ਲ ਸਟਰਕਚਰ ਹੈ ਉਹ 'ਚ ਫੰਕਸ਼ਨ ਨੇ ਕਿਤਨੇ ਕੁ ਐਕਸਪੈਂਸਿਵ ਹੁੰਦੇ ਜਾ ਰਹੇ ਨੇ।
ਕਈ ਵਾਰੀ ਪਰਿਵਾਰ ਅਫੋਰਡ ਹੀ ਨਹੀਂ ਕਰ ਸਕਦਾ ਹੁੰਦਾ, ਨਹੀਂ ਫੂਡ ਕਰ ਸਿਰਫ ਹੀ ਆਪਣੇ ਨੱਕ ਔਰ ਕੰਨ ਦੀ ਖਾਤਰ ਜਿਹੜਾ ਨਾ ਉਹ ਕਰਜ਼ਾ ਚੁੱਕ ਕੇ ਬੱਚਿਆਂ ਦੇ ਵਿਆਹ ਕਰਦੇ ਆ, ਮਕਾਨ ਬਣਾਉਂਦੇ ਆ। ਪਹਿਲਾਂ ਅਸੀਂ ਨੱਕ ਦੀ ਖਾਤਰ ਕਿਹਾ ਕੰਮ ਨਹੀਂ ਕਰਨ, ਸਾਡਾ ਨੱਕ ਵੱਢਿਆ ਜਾਊਗਾ। ਮੁੜ ਕੇ ਜਦੋਂ ਜਿਹੜਾ ਨਾ ਫੰਕਸ਼ਨ ਹੋ ਹਟਦਾ ਉਸ ਤੋਂ ਬਾਅਦ ਫਿਰ ਕੰਨ ਦੇ ਮਗਰ ਲੱਗ ਜਾਂਦੇ, ਸੁਣਾਓ ਜੀ ਸਾਡੇ ਫੰਕਸ਼ਨ ਵਿੱਚ ਲੋਕੀ ਕਹਿੰਦੇ ਨੇ ਜਿਹੜਾ ਕਿ ਨਹੀਂ। ਸੋ ਪ੍ਰੋਬਲਮ ਜਿਹੜੀ ਤਾਂ ਗੌਰਮੈਂਟ ਹੋਏਗੀ ਦੈਟ ਇਜ਼ ਸਮਥਿੰਗ ਡਿਫਰੈਂਟ, ਹੁਣ ਪਰਿਵਾਰ ਟੈਕਲ ਕਰ ਸਕਦਾ। ਜੇ ਸਾਡੀ ਪ੍ਰੋਬਲਮ ਆਪ ਹੀ ਕ੍ਰੀਏਟ ਕੀਤੀ ਹੋਏਗੀ ਉਹਦਾ ਸੋਲੂਸ਼ਨ ਜਿਹੜਾ ਹੈ ਉਹ ਤੁਸੀਂ ਆਪ ਹੀ ਲੱਭੋਗੇ। ਬਾਹਰ ਦੇ ਪਰਿਵਾਰ ਨੂੰ ਕੋਈ ਨਹੀਂ ਪਤਾ ਕਿ ਤੁਹਾਡੇ ਘਰ ਦੀ ਹਾਲਤ ਕੀ ਹੈ। ਕੀ ਹਾਲਤ ਹਰ ਇਨਸਾਨ ਆਪਣੇ ਆਪ ਨੂੰ ਬੈਸਟ ਜਾਣਦਾ ਜਿਹੜਾ ਕਿ ਨਹੀਂ ਜੀ। ਅਸੀਂ ਅੱਜ ਦੀ ਜਨਰੇਸ਼ਨ ਨੂੰ ਬਲੇਮ ਕਰ ਰਹੇ ਹਾਂ ਕਿ ਬੱਚੇ ਜਿਹੜੇ ਨੇ ਗਲਤ ਨੇ। ਮੈਂ ਇਹ ਸਿੰਪਲ ਗੱਲ ਕਰਨਾ ਕਿ ਜੇਕਰ ਤੁਸੀਂ ਪਰਿਵਾਰਿਕ ਮਾਹੌਲ ਦੇਖੋ ਨਾ, ਇਹ ਮੇਰੇ ਸਾਥੀਆਂ ਨੇ ਬਹੁਤ ਅੱਛਾ ਕਿਹਾ ਕਿ ਮਦਰ ਦਾ ਬੜਾ ਵੱਡਾ ਰੋਲ ਹੈ ਕਿ ਜੇ ਸਿਰ ਬੱਚਾ ਸਕੂਲ ਜਾਂਦਾ ਹੈ ਤਾਂ ਉਸ ਵੇਲੇ ਬੱਚੇ ਦੀ ਐਜੂਕੇਸ਼ਨ ਸਟਾਰਟ ਹੁੰਦੀ ਹੈ। ਜਿਹੜੇ ਸਾਈਕੋਲੋਜਿਸਟ ਨੇ ਉਹ ਕਹਿੰਦੇ ਨੇ ਐਜੂਕੇਸ਼ਨ ਇਹ ਕਹਿੰਦੇ ਨੇ ਸਕੂਲ ਜਾਣ ਤੋਂ ਪਹਿਲਾਂ ਨਹੀਂ ਉਹਦੀ ਐਜੂਕੇਸ਼ਨ ਸਟਾਰਟ ਹੁੰਦੀ। ਆਈ ਟੈਲ ਯੂ ਉਹਦੀ ਐਜੂਕੇਸ਼ਨ ਦ ਮੂਵਮੈਂਟ ਮਦਰ ਕਨਸੀਵ ਦਾ ਚਾਈਲਡ, ਕੰਸੈਪਸ਼ਨ ਦੇ ਟਾਈਮ ਤੇ ਬੱਚੇ ਦੀ ਐਜੂਕੇਸ਼ਨ ਸਟਾਰਟ ਹੋ ਜਾਂਦੀ ਹੈ। ਜੋ ਮਾਂ ਦੀਆਂ ਹੈਬਿਟਸ, ਜੋ ਉਹਦਾ ਸਟਾਈਲ, ਨੇਚਰ, ਆਰਟ ਆਫ ਲਿਵਿੰਗ ਉਦੋਂ ਹੋਏਗਾ, ਪੈਦਾ ਹੋਣ ਵਾਲਾ ਬੱਚਾ ਉਹਦਾ ਸੁਭਾਅ ਸੰਦ ਹੋਏਗਾ। ਕਈ ਬੱਚੇ ਜਿਹੜੇ ਨੇ ਉਹ ਜੰਮਦੇ ਭੂਤ ਹੁੰਦੇ ਨੇ ਤੇ ਕਈ ਜਿਹੜੇ ਜੰਮਦਿਆਂ ਹੀ ਬੜੀ ਸੋਬਰਾਈਟੀ ਵਾਲੇ ਹੁੰਦੇ ਨੇ, ਉਹਦੀ ਗਰੂਮਿੰਗ ਗਿਆ ਸੀ। ਆਲ ਕ੍ਰੈਡਿਟ ਗੋਜ਼ ਟੂ ਮਦਰਸ। ਮਾਂ ਨੂੰ ਪਰਮਾਤਮਾ ਨੇ ਬੜਾ ਵੱਡਾ ਰਿਸ਼ਤਾ, ਗੋਡ ਕੁਡ ਨਾਟ ਬੀ ਐਵਰੀਵੇਅਰ ਸੋ ਹੀ ਕ੍ਰੀਏਟਡ ਮਦਰਸ। ਮਦਰ ਇਜ਼ ਦ ਨੇਮ ਆਫ ਗੋਡ ਇਨ ਦ ਲਿਪਸ ਆਫ ਚਿਲਡਰਨ। ਕਿਹਾ ਜਾਂਦਾ ਹੈ ਕਿ ਪ੍ਰਕਿਰਤੀ ਨਾਲ ਜਿਹੜੇ ਲੋਕ ਜੁੜ ਜਾਂਦੇ ਆ ਉਹ ਸੁਚੱਜਾ ਜੀਵਨ ਜੀਣ ਲਈ ਇੱਕ ਬੜਾ ਅੰਦਰੋਂ ਕੂਲ ਜਿਹਾ ਰਹਿੰਦੇ ਆ। ਕੀ ਇਹ ਸਹੀ ਹੈ ਜੀ? ਇਹ ਬਿਲਕੁਲ ਠੀਕ ਹੈ ਜੀ, ਕਿਉਂਕਿ ਨੇਚਰ ਨੂੰ ਹੁਣ ਤੱਕ ਚੈਲੰਜ ਕੋਈ ਨਹੀਂ ਕਰ ਸਕਿਆ। ਜੋ ਕੁਝ ਸਾਡੀਆਂ ਦੇਖੋ ਨਾ, ਸਾਡੀਆਂ ਫੂਡ ਹੈਬਿਟਸ ਨੇ। ਅਸੀਂ ਕਿਉਂ ਬਿਮਾਰ ਪੈ ਰਹੇ ਹਾਂ? ਨੇਚਰ ਤੋਂ ਜਿਹੜਾ ਅਸੀਂ ਬੜੇ ਦੂਰ ਜਾ ਰਹੇ ਹਾਂ। ਅਸੀਂ ਜਿਹੜਾ ਫੂਡ ਖਾ ਰਹੇ ਹਾਂ, ਪਰਮਾਤਮਾ ਨੇ ਸਾਨੂੰ ਉਸ ਫੂਡ ਵਾਸਤੇ ਨਹੀਂ ਬਣਾਇਆ। ਕਈ ਐਨੀਮਲ ਫੂਡ ਹੈ, ਉਹ ਹਿਊਮਨ ਫੂਡ ਅਸੀਂ ਕੰਜ਼ੂਮ ਕਰ ਰਹੇ ਹਾਂ। ਅਸੀਂ ਆਪਣੇ ਪੇਟ ਨੂੰ ਜਿਹੜਾ ਨਾ ਇੱਕ ਡਸਟਬਿਨ ਬਣਾਇਆ ਕਿ ਜੋ ਕੁਝ ਅਸੀਂ ਸੁੱਟੀ ਜਾ ਰਹੇ ਹਾਂ। ਨੇਚਰ ਨਹੀਂ ਕਹਿੰਦੀ ਕਿ ਸਾਰਾ ਕੁਝ ਤੁਸੀਂ ਖਾਓ। ਨੇਚਰ ਨੇ ਸਾਡੇ ਕੁਝ ਸੈੱਟ ਚੀਜ਼ਾਂ ਦਿੱਤੀਆਂ ਨੇ। ਹਰ ਆਈਟਮ ਦੀ ਆਪਣੀ ਇੱਕ ਫੂਡ ਵੈਲਿਊ ਹੈ। ਸੋ ਹਰ ਇਨਸਾਨ ਦਾ ਜਿਹੜਾ ਹੈ ਆਪਣੀ ਲਾਈਫ ਨੂੰ ਬਣਾਉਣਾ ਹੈ। ਵਨ ਕੈਨ ਬੀ ਦ ਮੇਕਰ ਆਫ ਵਨ ਡੈਸਟਨੀ, ਵਨ ਕੈਨ ਬੀ ਦ ਮੇਕਰ ਆਫ ਵਨ ਬੋਡੀ ਜਿਹੜਾ ਸੀ। ਔਰ ਅਸੀਂ ਗਲਤ ਪਾਸੇ ਕਿਉਂ ਉਤਰੇ? ਹੈਲਥ ਇਜ਼ ਵੈਲਥ ਸਾਰੇ ਕਹਿੰਦੇ ਨੇ, ਬਟ ਮਾਈ ਅਪਰੋਚ ਇਜ਼ ਹੈਲਥ ਇਜ਼ ਵੈਲਥ, ਬਟ ਵੈਲਥ ਇਜ਼ ਨਾਟ ਹੈਲਥ। ਅਸੀਂ ਵੈਲਥ ਦੀ ਖਾਤਰ ਜਿਹੜਾ ਆਪਣੀ ਹੈਲਥ ਖਰਾਬ ਕਰ ਬੈਠਦੇ ਹਾਂ। ਜਿਹੜੀ ਵੈਲਥ ਕਮਾਈ ਹੁੰਦੀ ਹੈ ਮੁੜ ਕੇ ਹੈਲਥ ਰਿਸਟੋਰ ਕਰਨ ਵਾਸਤੇ ਪੈਸਾ ਖਰਚ ਕਰ ਦਿੰਦੇ ਹਾਂ। ਪੈਸਾ ਵੀ ਚਲੇ ਜਾਂਦਾ, ਹੈਲਥ ਵੀ ਚਲੀ ਜਾਂਦੀ, ਚਲੇ ਕੀ ਕਿਤੇ ਨਾ ਕਿਤੇ ਜਿੱਥੇ ਸੂਰਤਾਂ ਸਾਡੀਆਂ ਬਰਾਬਰ ਨਹੀਂ ਆ ਉੱਥੇ ਸੀਰਤਾਂ ਵੀ ਸਾਡੀਆਂ ਨਹੀਂ ਆ। ਔਰ ਸੀਰਤ ਦੇ ਉੱਤੇ ਵੀ ਖਾਣੇ ਦਾ ਅਸਰ ਪੈਂਦਾ। ਬਿਲਕੁਲ ਅਸਰ ਪੈਂਦਾ ਜੀ। ਜੈਸਾ ਅੰਨ ਤੈਸਾ ਮਨ, ਜੈਸਾ ਹਾਰ ਤੈਸਾ ਵਿਵਹਾਰ। ਨੇਚਰ ਨੂੰ ਨਸ਼ਾ ਅਸੀਂ ਕਰ ਰਹੇ ਹਾਂ, ਉਹ ਭਗਵਾਨ ਕੋਲ ਗਏ, ਪਰਮਾਤਮਾ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾ। ਕਹਿੰਦਾ ਆਈ ਨੈਵਰ ਗਿਵ ਯੂ ਥੀਸ ਥਿੰਗਸ। ਇਹ ਤੇਰੀ ਆਪਣੀ ਪ੍ਰੋਡਕਸ਼ਨ ਦਈਆਂ ਨੇ। ਮੈਂ ਤੈਨੂੰ ਗੁੜ ਦਿੱਤਾ ਮਿੱਠਾ ਖਾਣ ਵਾਸਤੇ, ਤੂੰ ਸ਼ਰਾਬ ਬਣਾ ਲਈ। ਮੈਂ ਤੈਨੂੰ ਗ੍ਰੇਪਸ ਦਿੱਤੇ ਖਾਣ ਵਾਸਤੇ, ਤੂੰ ਅੰਗਰੇਜ਼ੀ ਸ਼ਰਾਬ ਬਣਾ ਲਈ ਜਿਹੜਾ ਕਿ ਨਹੀਂ। ਉਦਾਰਕ ਕੱਢ ਕੇ ਹਾਂ ਬਸ ਚੀਜ਼ ਇਹ ਸਿਸਟਮ ਕਹਿਣ ਵਾਲੇ ਕਹਿ ਦਿੰਦੇ ਆ ਕਿ ਇਹ ਤਾਂ ਅਰਕ ਹੀ ਆ, ਇਹ ਕਿਹੜੀ ਹੱਤਿਆ ਵਾ, ਪਰ ਕਿਤੇ ਨਾ ਕਿਤੇ ਉਹ ਸਰੀਰ ਨੂੰ ਤਾਂ ਨੁਕਸਾਨਦੇਹ। ਬਿਲਕੁਲ ਡੈਫੀਨੇਟਲੀ ਜਿੱਦਾਂ ਸਰ ਨੇ ਦੱਸਿਆ ਹੈ ਕਿ ਹਰ ਇੱਕ ਚੀਜ਼ 'ਚ ਮਿਲਾਵਟ ਹੋ ਰਹੀ ਹੈ। ਹੁਣ ਅਗਰ ਅਸੀਂ ਅੱਜ ਦੇ ਟਾਈਮ 'ਚ ਗੱਲ ਕਰੀਏ ਕਿ ਜਿਸ ਤਰ੍ਹਾਂ ਕੋਈ ਵੀ ਬਿਜ਼ਨਸਮੈਨ ਆ ਆਪਣਾ ਪ੍ਰੋਫਿਟ ਮੋਟਿਵ ਲੈ ਕੇ ਹਰ ਇੱਕ ਚੀਜ਼ਾਂ 'ਚ ਮਿਲਾਵਟ ਕਰਕੇ ਦੇ ਰਹੇ ਨੇ। ਚਾਹੇ ਅਸੀਂ ਦੁੱਧ, ਸਬਜ਼ੀਆਂ, ਫਲ ਫਰੂਟ, ਕਿਸੇ ਚੀਜ਼ ਦੀ ਵੀ ਐਗਜ਼ਾਮਪਲ ਲੈ ਲਈਏ, ਉਹਨਾਂ ਦਾ ਮੇਨ ਮੋਟਿਵ ਕੀ ਹੈ ਕਿ ਅਸੀਂ ਸੇਲ ਕਰਨੀ ਹੈ ਤੇ ਆਪਣਾ ਪ੍ਰੋਫਿਟ ਕਰਨਾ ਹੈ। ਉਹ ਇਹ ਨਹੀਂ ਦੇਖਦੇ ਕਿ ਇਹਦਾ ਬੈਡ ਇੰਪੈਕਟ ਸੋਸਾਇਟੀ ਤੇ ਜਾਂ ਜੋ ਚੀਜ਼ ਇਹ ਲਏਗਾ ਉਹਦੇ ਤੇ ਕੀ ਇੰਪੈਕਟ ਪਏਗਾ। ਜਿਸ ਤਰ੍ਹਾਂ ਹੁਣ ਅਸੀਂ ਦੇਖ ਹੀ ਰਹੇ ਹਾਂ ਕਿ ਹਰ ਕੋਈ ਚਾਹੁੰਦਾ ਹੈ ਕਿ ਸਾਡੀ ਚੀਜ਼ ਜਿਹੜੀ ਆ ਉਹ ਸੇਲ ਹੋ ਜਾਏ। ਉਹ ਇਹ ਨਹੀਂ ਦੇਖਦੇ ਕਿ ਅਸੀਂ ਕਿਸ ਵੇ ਆਊਟ ਨਾਲ ਉਹਨੂੰ ਬਣਾ ਰਹੇ ਹਾਂ ਤੇ ਆਪਣਾ ਤਰੀਕਾ ਉਹਨਾਂ ਦਾ ਆਰਟ ਆਫ ਲਿਵਿੰਗ ਜੀਣ ਦਾ ਲਾਕਡਾਊਨ ਦੇ ਵਿੱਚ ਔਰ ਇਹ ਸੁਚੱਜੇ ਜੀਵਨ ਨੂੰ ਕਿਤੇ ਨਾ ਕਿਤੇ ਇਹ ਵੀ ਅੜਿੱਚਨ ਬਣਦਾ ਵਾ ਉਹਨੂੰ ਜੀਣ ਦੀ, ਕਿ ਉਹਦੇ ਸੁਭਾਅ ਦੇ ਵਿੱਚ ਕਿਤੇ ਨਾ ਕਿਤੇ ਮਿਲਾਵਟੀਪਨ ਵੀ ਹੁੰਦਾ ਜਾਂਦਾ। ਹਾਂਜੀ, ਅਗਰ ਸਰ ਦੇਖੋ ਅਗਰ ਉਹਨਾਂ ਨੂੰ ਘਰੋਂ ਹੀ ਇਹ ਮਤਲਬ ਸਿੱਖਿਆ ਦਿੱਤੀ ਜਾਏਗੀ ਜਾਂ ਆਰਟ ਆਫ ਲਿਵਿੰਗ ਹੋਏਗੀ ਕਿ ਬੇਟਾ ਨਹੀਂ ਅਸੀਂ ਨੇਕ ਕਮਾਈ ਅਰਨ ਕਰਨੀ ਹੈ ਹਨਾ, ਤੇ ਉਹ ਆਪਣੇ ਤੋਂ ਪਹਿਲੇ ਸੁਸਾਇਟੀ ਬਾਰੇ ਸੋਚਣਗੇ ਕਿ ਅੱਜ ਅਸੀਂ ਇਹ ਚੀਜ਼ ਦੇ ਰਹੇ ਹਾਂ, ਕੱਲ ਨੂੰ ਇਹੀ ਚੀਜ਼ ਸਾਡੇ ਬੱਚੇ ਜਾਂ ਸਾਡੇ ਪੇਰੈਂਟਸ ਲੈਣਗੇ। ਤੇ ਡੈਫੀਨੇਟਲੀ ਇਹ ਆਰਟ ਆਫ ਲਿਵਿੰਗ ਹੀ ਹੈ ਜੀਵਨ ਦੇ ਹਰ ਢੰਗ 'ਚ ਸਾਨੂੰ ਬਿਲਕੁਲ ਮੈਮ ਠੀਕ ਗੱਲ ਹੈ ਕਿ ਸੁਚੱਜੇ ਜੀਵਨ ਵਾਸਤੇ ਸਾਨੂੰ ਟੰਗ, ਟੈਂਪਰ ਤੇ ਟੈਂਪਟੇਸ਼ਨ ਇਹਨੂੰ ਕੰਟਰੋਲ ਕਰਨਾ ਪਏਗਾ। ਜਿਸ ਤਰ੍ਹਾਂ ਸਰ ਨੇ ਨੇਚਰ ਦੀ ਗੱਲ ਕੀਤੀ ਆ, ਇਹ ਨੇਚਰ ਦਾ ਵੀ ਬਹੁਤ ਵੱਡਾ ਰੋਲ ਹੈ ਆਰਟ ਆਫ ਲਿਵਿੰਗ। ਅਸੀਂ ਨੇਚਰ ਨੂੰ ਜੋ ਦੇ ਰਹੇ ਹਾਂ ਬਦਲੇ ਵਿੱਚ ਉਹੀ ਪਾ ਰਹੇ ਹਾਂ। ਸਾਰੀ ਯੂਨੀਵਰਸ ਸਾਡੀ ਵਾਈਬ੍ਰੇਸ਼ਨ ਦੇ ਅਕੋਰਡਿੰਗ ਹੀ ਰਿਸਪੌਂਡ ਕਰ ਰਹੀ ਹੈ। ਜੇ ਅਸੀਂ ਦੇਖੀਏ ਤੇ ਹੁਣ ਦੇਖੋ ਬਹੁਤ ਸਾਰੇ ਲੋਕ ਐਸੇ ਮਰਨ ਦੀ ਜਾਂਚ ਤੇ ਬਹੁਤ ਜਾਣੇ ਨੇ, ਕੁਝ ਲੋਕਾਂ ਨੇ ਸਿੱਖ ਲਈ ਮਰਨ ਦੀ ਜਾਂਚ, ਡਿਪਰੈਸ਼ਨ 'ਚ ਆ ਗਈ, ਨੈਗੇਟਿਵਿਟੀ ਆ ਗਈ, ਸੁਸਾਈਡ ਕਰ ਲਈ ਜੀ। ਲੇਕਿਨ ਜੀਵਨ ਦੀ ਕਲਾ ਤਾਂ ਸਿੱਖੀ ਨਹੀਂ। ਇਹ ਜੀਵਨ ਦੀ ਕਲਾ ਲਾਈਫ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ। ਅਸੀਂ ਆਪਣੇ ਜੀਵਨ ਨੂੰ
ਕਿਸ ਤਰ੍ਹਾਂ ਸੁਚੱਜੇ ਤਰੀਕੇ ਨਾਲ, ਵਧੀਆ ਤਰੀਕੇ ਨਾਲ, ਖੂਬਸੂਰਤੀ ਨਾਲ ਜਿਉਂਦੇ ਆ। ਇਸੇ ਨੂੰ ਅਸੀਂ ਜਿਉਂਦੇ ਆਰਟ ਆਫ ਲਿਵਿੰਗ ਆਪਾਂ ਗੱਲ ਕਹਿੰਦੇ ਹਾਂ। ਕਰੀਏ ਤੇ ਪੇਰੈਂਟਸ ਤੋਂ ਇਲਾਵਾ ਅਗਰ ਕੋਈ ਬੈਸਟ ਟੀਚ ਕਰ ਸਕਦਾ ਹੈ ਤੇ ਉਹ ਸਾਡੇ ਟੀਚਰਸ ਹੁੰਦੇ ਆ। ਕਿਉਂਕਿ ਜਦੋਂ ਇੱਕ ਬੱਚਾ ਘਰ ਤੋਂ ਬਾਹਰ ਕਦਮ ਰੱਖ ਰਿਹਾ, ਉਹਦੇ ਲਈ ਜਿਹੜੀ ਨਰਚਰਿੰਗ ਫਿਗਰ ਘਰ ਉਹ ਮਦਰ ਨੂੰ ਵਿਊ ਕਰਦਾ ਸੀ, ਸਕੂਲ 'ਚ ਆ ਕੇ ਉਹ ਆਪਣੇ ਟੀਚਰ ਨੂੰ ਵਿਊ ਕਰਦਾ। ਸੋ ਉਹ ਟੀਚਰ ਦਾ ਬਹੁਤ ਜ਼ਿਆਦਾ ਜਿਹੜਾ ਇਫੈਕਟ ਆ ਉਹ ਸਟੂਡੈਂਟਸ ਦੀ ਅਪਬ੍ਰਿੰਗਿੰਗ ਦੇ ਉੱਪਰ ਪੈਂਦਾ। ਸੋ ਟੀਚਰਸ ਵੀ ਇਹ ਹੈਬਿਟਸ ਜੋ ਕਿਤੇ ਨਾ ਕਿਤੇ ਆਪਣੇ ਆਪ ਨਾਲ ਜੁੜਨਾ ਵੀ ਜ਼ਰੂਰੀ ਨਹੀਂ ਹੁੰਦਾ ਸੁਚੱਜਾ ਜੀਵਨ ਜੀਣ ਲਈ। ਹਾਂਜੀ ਜਿਹੜੇ ਇਨਸਾਨ ਆਪਣੇ ਆਪ ਨਾਲ ਜੁੜਦੇ ਆ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਬੜੇ ਅੰਦਰੋਂ ਬੈਲੈਂਸ ਹੋ ਜਾਂਦੇ। ਡਾਕਟਰ ਸੈਲਫ ਸਾਹਿਬ ਲਵ ਦੇਖੋ ਇਹ ਇਸ ਤਰ੍ਹਾਂ ਗੱਲ ਜਿਹੜੀ ਹੈ ਨਾ ਕਿ ਹੈਲਥ ਔਰ ਐਜੂਕੇਸ਼ਨ ਦੋ ਇਹੋ ਜਿਹੇ ਖਜ਼ਾਨੇ ਨੇ which you can't transfer to anybody। ਜਿਹੜਾ ਆਦਮੀ ਹੈਲਥ ਕੌਨਸ਼ੀਅਸ ਹੋਏਗਾ ਉਹ ਫਿਜ਼ੀਕਲੀ ਫਿਟ ਹੋਏਗਾ, ਮੈਂਟਲੀ ਫਿਟ ਹੋਏਗਾ, ਅਲਰਟ ਰਹੇਗਾ, ਉਹਦੀ ਕੰਮ ਕਰਨ ਦੀ ਕਪੈਸਿਟੀ ਜਿਹੜੀ ਉਹ ਵੱਧ ਜਾਂਦੀ ਹੈ ਬਿਲਕੁਲ ਫਿਜ਼ੀਕਲ। ਔਰ ਦੂਸਰਾ ਜਿਹੜੀ ਐਜੂਕੇਸ਼ਨ ਇੱਕ ਐਸਾ ਖਜ਼ਾਨਾ ਹੈ ਜਿਹੜਾ ਤੁਸੀਂ ਕਿਸੇ ਨੂੰ ਟ੍ਰਾਂਸਫਰ ਨਹੀਂ ਕਰ ਸਕਦੇ। ਔਰ ਇਸ ਕਰਕੇ ਅਸੀਂ ਟੀਚਰਸ ਹਾਂ, ਅਸੀਂ ਕਹਿੰਦੇ ਹਾਂ ਕਿ ਜਿਹੜੀ ਐਜੂਕੇਸ਼ਨ ਹੈ ਵਾਟ ਐਵਰ ਮੇ ਬੀ ਦ ਆਊਟ ਕੰਡੀਸ਼ਨਸ, ਜਿੰਨੇ ਵੀ ਸਾਡੇ ਗ੍ਰੇਟ ਮੈਨ ਹੋਏ ਆ, ਮੈਜੋਰਿਟੀ ਜਿਹੜੇ ਸੀ ਅਟਰ ਪਾਵਰਟੀ ਗੁਜ਼ਰੇ। ਰੀਸੈਂਟ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਸਨ ਅਬਦੁਲ ਕਲਾਮ, ਉਹ ਸਕੂਲ ਟਾਈਮ ਵਿੱਚ ਹੀ ਵਾਜ਼ ਏ ਨਿਊਜ਼ਪੇਪਰ ਹਾਕਰ। ਜੇਕਰ ਇੱਕ ਹਾਕਰ ਜਿਹੜਾ ਹੈ ਹਿੰਦੁਸਤਾਨ ਦਾ ਰਾਸ਼ਟਰਪਤੀ ਬਣ ਸਕਦਾ, ਇੰਨਾ ਵੱਡਾ ਸਾਇੰਟਿਸਟ ਬਣ ਸਕਦਾ ਹੈ, ਕਿਉਂ ਨਹੀਂ ਬਣ ਸਕਦਾ ਹੈਗਾ? ਵਿਲ ਟੂ ਲਿਵ। ਤੁਸੀਂ ਆਪਣਾ ਇੱਕ ਰਸਤਾ ਚਾਕ ਆਊਟ ਕਰ ਲਓ ਕਿ ਮੈਂ ਜ਼ਿੰਦਗੀ ਦਾ ਉਹ ਟਾਰਗੇਟ ਹੈ ਕਿ ਜਿਸ ਤਰ੍ਹਾਂ ਅਰਜੁਨ ਨੂੰ ਮੱਛੀ ਦੀ ਅੱਖ ਹੀ ਨਜ਼ਰ ਆ ਰਹੀ ਤਾਂ ਟਾਰਗੇਟ ਫਿਕਸ ਹੋ ਨਿਸ਼ਾਨਾ ਉੱਥੇ ਹੀ ਰਿਹਾ, ਲੱਗਾ ਸੀ। ਟਾਰਗੇਟ ਔਰ ਫਿਕਸ ਆਪਣੇ ਕਰਦੇ ਜਾਏਗਾ। ਜਿਸ ਪ੍ਰੈਜ਼ੀਡੈਂਟ ਦੀ ਤੁਸੀਂ ਗੱਲ ਕੀਤੀ, ਮੇਰੇ ਖਿਆਲ ਬਹੁਤ ਛੋਟੇ ਕਮਰੇ 'ਚ ਹੀ ਰਹਿੰਦੇ ਸੀਗੇ ਹਾਂ, ਬਿਲਕੁਲ। ਔਰ ਜ਼ਿਆਦਾਤਰ ਕਿਤਾਬਾਂ ਦੇ ਵਿੱਚ ਹੀ ਘਿਰੇ ਰਹਿੰਦੇ ਸੀਗੇ। ਜੀਵਨ ਦੀ ਆਪਾਂ ਗੱਲ ਕੀਤੀ, ਸੁਚੱਜਾ ਜੀਵਨ ਜੀਣ ਲਈ ਜਿੱਥੇ ਆਪਾਂ ਗੱਲ ਕੀਤੀ ਖਾਣੇ ਦੀ, ਕੁਦਰਤ ਦੀ ਗੱਲ ਕੀਤੀ, ਆਪਾਂ ਆਪਣੇ ਆਪ ਨਾਲ ਜੁੜਨ ਦੀ, ਕਿੱਦਾਂ ਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਾਈਮ ਦੀ ਡਿਵੀਜ਼ਨ ਕਿੱਦਾਂ ਦੀ ਹੋਣੀ ਚਾਹੀਦੀ ਆ ਜਿਹੜਾ ਕਿ ਇੱਕ ਵਧੀਆ ਮਾਈਂਡ ਪੂਰਾ ਬੈਲੈਂਸ ਬਣਿਆ ਰਵੇ ਉਹਦੇ ਤੇ? ਦੇਖੋ ਨੇਚਰ ਨੇ ਜੋ ਕੁਝ ਬਣਾਇਆ ਹੈ, ਨੇਚਰ ਨੂੰ ਪਤਾ ਹੈ ਕਿ ਸਾਡੀ ਰਿਕੁਆਇਰਮੈਂਟ ਕੀ ਹੈ। ਸੂਰਜ ਜਿਹੜਾ ਹੈ ਗਰਮੀ ਸਾਨੂੰ ਚਾਹੀਦੀ ਹੈ, ਨੇਚਰ ਨੂੰ ਪਤਾ ਹੈ ਕਿ ਸੂਰਜ ਦਾ ਇੰਨਾ ਡਿਸਟੈਂਸ ਹੋਏਗਾ ਤੇ ਆਦਮੀ ਸੇਫ ਰਹੇਗਾ, ਉਹਨੂੰ ਸਾਡੇ ਤੱਕ ਡਿਸਟੈਂਸ ਬਣਾ ਕੇ ਜਿਹੜਾ ਹੈ ਉਹ ਰੱਖਿਆ ਹੈ। ਔਰ ਦੂਸਰੀ ਗੱਲ ਹੈ ਕਿ ਨੇਚਰ ਨੂੰ ਇਹ ਪਤਾ ਕਿ ਇਨਸਾਨ ਨੇ ਕੰਮ ਵੀ ਕਰਨਾ ਹੈ, ਇਹਨੂੰ ਰੈਸਟ ਵੀ ਚਾਹੀਦਾ ਹੈ, ਉਹਨੇ ਸਾਡੇ ਵਾਸਤੇ ਰਾਤ ਬਣਾਈ ਹੈ। ਜੇਕਰ ਰਾਤ ਨਾ ਹੁੰਦੀ ਤੇ ਆਦਮੀ ਨੂੰ ਸਾਰਾ ਦਿਨ ਜਿਹੜਾ ਕੰਮ ਜਿਹੜਾ ਮਸ਼ੀਨ ਚੱਲਦੀ ਰਹਿਣੀ ਸੀ, ਉਹਨੇ ਕੰਮ ਹੀ ਜਿਹੜਾ ਸੀ ਕਰੀ ਜਾਣਾ ਸੀਗਾ, ਉਹਨੂੰ ਹੋਰ ਕੋਈ ਰੈਸਟ ਵੀ ਨਜ਼ਰ ਨਹੀਂ ਸੀ ਆਉਣਾ। ਸੋ ਇਸ ਕਰਕੇ ਤੁਸੀਂ ਜਿਹੜਾ ਨਾ ਦੇਖੋ ਅਸੀਂ ਕਾਲਜ 'ਚ ਪੜ੍ਹਾਉਂਦੇ, ਇੱਕ ਟਾਈਮ ਟੇਬਲ ਬਣਿਆ ਹੁੰਦਾ ਹੈ, ਅਕੋਰਡਿੰਗਲੀ ਇੱਕ ਟੀਚਰ ਆ ਰਿਹਾ, ਦੂਸਰਾ ਜਾ ਰਿਹਾ, ਉਹਦੇ 'ਚ ਬੱਚੇ ਨੂੰ ਫ੍ਰੀ ਪੀਰੀਅਡ ਵੀ ਮਿਲ ਰਿਹਾ ਔਰ ਉਹ 'ਚ ਰੈਸਟ ਐਂਡ ਵਰਕ ਦੀ ਸ਼ੁੱਡ ਗੋ ਸਾਈਡ ਬਾਈ ਸਾਈਡ ਜਿਹੜਾ ਹੈ ਨਾ। ਸੋ ਆਪਣਾ ਟਾਈਮ ਟੇਬਲ ਬਣਾ ਕੇ ਚਲੋ ਕਿ ਮੈਂ ਇੱਕ ਹਾਊਸ ਵਾਈਫ ਹਾਂ, ਮੈਂ ਹਾਊਸ ਵਾਈਫ ਨਹੀਂ ਕਹਿੰਦਾ, ਮੈਂ ਉਹਨੂੰ ਹਾਊਸ ਮੇਕਰ ਕਹਿਣਾ, ਕਿਉਂਕਿ ਮੈਨ ਇਜ਼ ਅ ਫਾਈਨਾਂਸਰ। ਉਹਨੇ ਸਿਰਫ ਪੈਸੇ ਮੈਨੇਜ ਕਰਕੇ ਘਰ ਲੈ ਕੇ ਆਣੇ। ਜੋ ਪਰਿਵਾਰ ਹੁੰਦਾ ਹੈ ਉਹ ਔਰਤ ਬਣਾਉਂਦੀ ਹੈ, ਨਹੀਂ ਮੈਨੇਜ ਕਰਨਾ ਹੁੰਦਾ ਸਾਰਾ। ਟੋਟਲ ਫੈਮਿਲੀ ਔਰ ਦੇ ਦਿਲ ਰਿਵੋਲਵ ਕਰਦਾ ਹੈ। तो जैसी औरत होएगी परिवार का जोड़ा रूप रक्षा ऐसी होएगी। जिथे बच्चे टॉप ते पहुंचे ने तुसी अंदाजा लगा लो कि जी इतनी गृहणी है बड़ी होनहार होएगी जिसने ऐसी औलाद में जोड़ा है जन्म दिता है। वो कहते जननी जने तो भगत जन कह दाता कैसूर नहीं तो जन्ने बाज रहे काहे गवावे जन्नी का बड़ा बड़ा रोल है जोड़ा। ਹਾਂਜੀ ਜਿਸ ਤਰ੍ਹਾਂ ਸਰ ਨੇ ਉਹਨੇ ਕਿਹਾ ਹੈ ਕਿ ਸਾਡੀ ਕੀ ਰੂਟੀਨ ਹੋਣੀ ਚਾਹੀਦੀ ਹੈ ਉਹਦੇ ਅਕੋਰਡਿੰਗ ਅਗਰ ਅਸੀਂ ਦੇਖੀਏ ਕਿ ਸਾਨੂੰ ਨੈਗੇਟਿਵ ਪੋਜ਼ਿਟਿਵ 'ਚ ਇੱਕ ਰੇਖਾ ਡਰਾ ਕਰਨੀ ਚਾਹੀਦੀ ਜਿਹਨੂੰ ਕਿ ਅਸੀਂ ਲਕਸ਼ਮਣ ਰੇਖਾ ਵੀ ਕਹਿੰਦੇ ਹਾਂ। ਸਾਨੂੰ ਸਾਡੇ ਪੇਰੈਂਟਸ ਜਾਂ ਜਿੱਦਾਂ ਛੋਟੇ ਬੱਚੇ ਨੇ ਦੇਖੋ ਅਗਰ ਅਸੀਂ ਉਹਨਾਂ ਨੂੰ ਸਟਾਰਟਿੰਗ ਤੋਂ ਹੀ ਗਾਈਡੈਂਸ ਦੇ ਦਿੰਦੇ ਹਾਂ, ਉਹਨਾਂ ਨੂੰ ਗੁਰੂ ਘਰ ਲੈ ਕੇ ਜਾਂਦੇ ਹਾਂ, ਉਹਨਾਂ ਨੂੰ ਮਤਲਬ ਜਿਹੜੇ ਗ੍ਰੈਂਡ ਪੇਰੈਂਟਸ ਆ ਦਾਦੀਆਂ ਨਾਨੀਆਂ ਗੁਰੂਆਂ ਪੀਰਾਂ ਦੀਆਂ ਅਗਰ ਸਟੋਰੀ ਸੁਣਾਉਂਦੇ ਨੇ ਤੇ ਬੱਚੇ ਦਾ ਮਾਈਂਡ ਸੈਟਅਪ ਹੀ ਉਹਦੇ ਅਕੋਰਡਿੰਗ ਸੈਟਅਪ ਹੋ ਜਾਂਦਾ ਹੈ। ਉਹ ਆਪਣੀਆਂ ਕਦਰਾਂ ਕੀਮਤਾਂ ਨਾਲ ਜੁੜਿਆ ਰਹਿੰਦਾ ਵਾ, ਆਪਣੇ ਕਲਚਰ ਨਾਲ ਜੁੜਿਆ ਰਹਿੰਦਾ ਵਾ। ਜੀ ਉਹਨੂੰ ਆਰਟ ਆਫ ਲਿਵਿੰਗ ਆ ਜਾਂਦੀ ਹੈ ਬੱਚੇ ਨੂੰ ਕਿ ਸਟਾਰਟਿੰਗ ਤੋਂ ਮੇਰੇ ਪੇਰੈਂਟਸ ਨੇ ਕਿਹਾ ਕਿ ਇਹ ਕਰਨਾ ਹੈ ਇਹ ਨਹੀਂ ਕਰਨਾ, ਗਲਤ ਪਾਸੇ ਨਹੀਂ ਜਾਏਗਾ। ਫਿੱਟ ਹੋਣ ਦੇ ਲਈ ਸਭ ਤੋਂ ਜ਼ਰੂਰੀ ਮੈਂਟਲੀ ਫਿੱਟ ਹੋਣਾ ਮੈਂਟਲੀ ਫਿੱਟ ਹੋਣਾ। ਅਗਰ ਤੁਸੀਂ ਸਟ੍ਰੈਸ ਲੈ ਰਹੇ ਹੋ ਜਿੰਨਾ ਮਰਜ਼ੀ ਫਿਜ਼ੀਕਲੀ ਕਰੋ ਤੁਸੀਂ ਮਤਲਬ ਮਾਈਂਡ ਸੈਟਿੰਗ ਇਜ਼ ਵੈਰੀ ਇੰਪੋਰਟੈਂਟ। ਸਰ ਜਿੱਥੇ ਮੋਰੈਲਿਟੀ ਦੀ ਗੱਲ ਆਉਂਦੀ ਪਈ ਨਾ ਤੇ ਮੈਂ ਥੋੜੀ ਜੀ ਡਾਕਟਰ ਮੈਡੀਕਲ ਦੀ ਵੀ ਗੱਲ ਕਰਨੀ ਚਾਹੂੰਗੀ। ਦੇਖੋ ਪਿੱਛੇ ਕਰੋਨਾ ਵਾਇਰਸ ਦੇ ਦੌਰਾਨ ਕੋਵਿਡ ਦੇ ਦੌਰਾਨ ਮਤਲਬ ਕੁਝ ਡਾਕਟਰ ਐਸੇ ਸੀ ਨਾਟ ਇੰਡੀਆ ਭਾਰਤ ਬਲਕਿ ਸਾਰੇ ਵਿਸ਼ਵ ਦੇ ਵਿੱਚ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਨਾ ਪੋਜ਼ਿਟਿਵਲੀ ਰੋਲ ਪਲੇ ਕੀਤਾ ਕਿ ਉਹਨਾਂ ਨੇ ਸਿੰਗਿੰਗ ਰਾਹੀਂ ਡਾਂਸਿੰਗ ਰਾਹੀਂ ਆਪਣਾ ਪਰਿਵਾਰ ਸਭ ਕੁਝ ਉਹਨਾਂ ਨੇ ਜਿਹੜਾ ਸੀ ਦਾਅ ਤੇ ਲਗਾ ਕੇ ਉਹਨਾਂ ਨੇ ਵਾਇਰਸ ਪੀੜਤ ਲੋਕਾਂ ਦੀ ਮਦਦ ਕੀਤੀ, ਉਹਨਾਂ ਨੂੰ ਦੁੱਖਾਂ ਚੋਂ ਬਾਹਰ ਕੱਢਿਆ, ਉਹਨਾਂ ਦੇ ਅੰਦਰ ਇੱਕ ਹੁੱਬ ਭਰੀ ਨਵਾਂ ਜੀਵਨ ਜੀਣ ਦੀ। ਪਰ ਜੇ ਅਸੀਂ ਇੱਕ ਜਿੱਦਾਂ ਅਸੀਂ ਕਹਿ ਦਿੰਦੇ ਕਿ ਹਰ ਸਿੱਕੇ ਦੇ ਦੋ ਪਹਿਲੂ ਆ, ਅਸੀਂ ਅਗਰ ਇਹ ਵੀ ਸੋਚਦੇ ਹਾਂ ਤਾਂ ਕੁਝ ਐਸੇ ਨੈਗੇਟਿਵ ਖਬਰਾਂ ਵੀ ਸੁਣਨ ਨੂੰ ਜਾਂ ਦੇਖਣ ਨੂੰ ਮਿਲੀਆਂ
ਜਿਹਦੇ ਵਿੱਚ ਡਾਕਟਰ ਨੇ ਬੜਾ ਨੈਗੇਟਿਵ ਰੋਲ ਵੀ ਪਲੇ ਕੀਤਾ। ਉਹਨਾਂ ਨੇ ਇਸ ਵਾਇਰਸ ਦੇ ਬਹਾਨੇ ਜਿਹੜਾ ਸੀ ਲੋਕਾਂ ਦੇ ਬਿਜ਼ਨਸ ਤੇ ਅੰਗਾਂ ਦੇ ਵਪਾਰ ਵੀ ਉਹਨਾਂ ਨੇ ਕੀਤਾ, ਤਾਂ ਇਹ ਨੈਗੇਟਿਵਲੀ ਰੋਲ ਵੀ ਪਲੇ ਕੀਤਾ। ਪਰ ਮਤਲਬ ਆਪਾਂ ਹਰ ਚੀਜ਼ ਉਸ ਚੀਜ਼ ਤੇ ਵਿਚਾਰ ਵਟਾਂਦਰੇ ਕਰ ਰਹੇ ਹਾਂ ਕਿ ਚੰਗਾ ਜੀਵਨ ਕਿੱਦਾਂ ਜੀਣਾ ਵਾ ਔਰ ਇਹਨਾਂ ਨੈਗੇਟਿਵ ਲੋਕਾਂ ਤੋਂ ਕਿੱਦਾਂ ਦੂਰ ਰਹਿਣਾ ਵਾ। ਦੇਖੋ ਚਿਕਨ ਇੱਕ ਡਾਕਟਰ ਦੀ ਐਗਜ਼ਾਮਪਲ ਹੈ, ਮੈਨੂੰ ਕਿਸੇ ਨੇ ਸੁਣਾਇਆ ਕਿ ਉਹ ਕਰੋਨਾ ਵਾਇਰਸ ਦੌਰਾਨ ਜਿਹੜਾ ਸੀ ਉਹ ਹਸਪੀਟਲ ਐਡਮਿਟ ਰਿਹਾ। ਥੈਂਕ ਗॉड ਹੀ ਵਾਸ ਲੱਕੀ ਫੈਲੋ, ਗॉट ਰਿਕਵਰਡ। ਉਹਨੂੰ ਕਹਿੰਦੇ ਵੀ ਤੈਨੂੰ ਜਿਹੜਾ ਸੀ ਨਾ ਅਸੀਂ ਟੋਟਲ ਵੈਂਟੀਲੇਟਰ 'ਤੇ ਰੱਖਿਆ ਹੈ ਐਂਡ ਦਿਨ ਤੁਰਿਆ, ਅਤੇ ਇਹ ਹਸਪੀਟਲ ਦਾ ਬਿੱਲ ਜਿਹੜਾ ਇਟ ਕਮ ਟੂ 75,000 ਕਿ ਅਸੀਂ ਤੈਨੂੰ ਜਿਹੜਾ ਨਾ ਆਰਟੀਫੀਸ਼ਲ ਹਵਾ ਦਿੱਤੀ ਹੈ ਜੀ। ਉਹ ਹੱਕਾ ਬੱਕਾ ਰਹਿ ਗਿਆ। ਉਹ ਕਹਿੰਦੇ ਬਾਬਾ ਜੀ ਘਬਰਾਉਣ ਦੀ ਲੋੜ ਕੋਈ ਨਹੀਂ, ਯੂਰ 80 years old, ਜੇ ਕੋਈ ਪ੍ਰੋਬਲਮ ਹੈ ਤਾਂ ਬਿੱਲ ਅਸੀਂ ਘੱਟ ਕਰ ਸਕਦੇ ਹਾਂ। ਕਹਿੰਦਾ ਬਿੱਲ ਦੀ ਪ੍ਰੋਬਲਮ ਨਹੀਂ, ਮੈਂ ਹੈਰਾਨ ਇਸ ਗੱਲ 'ਤੇ ਹੋ ਰਿਹਾ ਕਿ ਜਿਸ ਪਰਮਾਤਮਾ ਨੇ ਮੈਨੂੰ 80 ਸਾਲ ਹਵਾ ਤਾਜ਼ੀ ਦਿੱਤੀ ਹੈ, ਉਹਨੇ ਸਿੰਗਲ ਪੈਨੀ ਯਾਦ ਨਹੀਂ ਕੀਤਾ ਯਾਰ। ਤੁਸੀਂ ਹਫ਼ਤਾ ਰੱਖ ਕੇ ਮੇਰੇ ਕੋਲ 75,000 ਰੁਪਇਆ ਜਿਹੜੇ ਨਾ ਮੰਗ ਰਹੇ ਹੈਗੇ। ਜਿੱਦਾਂ ਆਪਾਂ ਸਟਾਰਟਿੰਗ ਤੇ ਵਿਚਾਰਾਂ ਕੀਤੀਆਂ ਸੀਗੀਆਂ ਕਿ ਸਾਨੂੰ ਜੇ ਕਈਆਂ ਲੋਕਾਂ ਨੂੰ ਜੇਲ੍ਹ 'ਚ ਜਾ ਕੇ ਵੀ ਇੱਕ ਰਾਤ ਰੁਕਣਾ ਚਾਹੀਦਾ ਵਾ, ਹਸਪੀਟਲ ਰੁਕਣਾ ਚਾਹੀਦਾ, ਮੈਨੂੰ ਲੱਗਦਾ ਕਿ ਪਿੰਗਲਵਾੜਾ ਵੀ ਵਿਜ਼ਿਟ ਕਰਨਾ ਚਾਹੀਦਾ। ਬਹੁਤ ਵੱਡੀ ਗੱਲ ਹੈ ਜੀ ਉੱਥੇ ਤੁਹਾਨੂੰ ਜਿਹੜਾ ਔਰ ਸਾਨੂੰ ਆਪਣੇ ਅੰਗਾਂ ਦੀ ਸਾਰਿਆਂ ਦੇ ਥੈਂਕਫੁਲ ਹੋਣਾ ਚਾਹੀਦਾ। ਅਸੀਂ ਬਿਲਕੁਲ ਠੀਕ ਠਾਕ ਹਾਂ। ਅਸੀਂ ਫੀਲ ਹੀ ਨਹੀਂ ਕਰ ਸਕਦੇ ਜਿੰਨਾ ਟਾਈਮ ਅਸੀਂ ਦੇਖਦੇ ਹਾਂ ਕਿ ਕਿਸੇ ਇਨਸਾਨ ਦੇ ਕੋਲ ਕਿਸੇ ਚੀਜ਼ ਦੀ ਕਮੀ ਹੈ। ਦੇਖੋ ਮੈਂ ਇੱਕ ਚੀਜ਼ ਜਿਹੜੀ ਬਾਰ ਬਾਰ ਨੇ ਸ਼ੁਰੂ ਤੋਂ ਕਹੀ ਸੀ ਕਿ ਬਰੀਥਿੰਗ ਇਜ਼ ਨਾਟ ਲਿਵਿੰਗ, ਦੇਅਰ ਮਸਟ ਬੀ ਕੁਆਲਿਟੀ ਇਨ ਲਾਈਫ। ਘਰ ਦੇ ਵਿੱਚ ਨਾ ਅਸੀਂ ਬੱਚਿਆਂ ਨੂੰ ਸੰਸਕਾਰ ਜਦੋਂ ਪੋਜ਼ਿਟਿਵ ਦੇਵਾਂਗੇ ਤਾਂ ਰਿਜ਼ਲਟ ਵੀ ਪੋਜ਼ਿਟਿਵ। ਪੋਜ਼ਿਟਿਵ ਥਿੰਕਿੰਗ ਪੋਜ਼ਿਟਿਵ ਰਿਜ਼ਲਟਸ, ਨੈਗੇਟਿਵ ਥਿੰਕਿੰਗ ਨੈਗੇਟਿਵ ਰਿਜ਼ਲਟਸ। ਅੱਜ ਅਸੀਂ ਕਹਿੰਦੇ ਹਾਂ ਕਿ ਤੁਸੀਂ ਦੇਖੋ ਵਿਰਧ ਆਸ਼ਰਮ 'ਚ ਜਾ ਕੇ ਦੇਖੋ, ਤੁਹਾਨੂੰ ਬਹੁਤੇ ਬਜ਼ੁਰਗ ਅਮੀਰ ਪਰਿਵਾਰਾਂ ਦੇ ਮਿਲ ਰਹੇ ਨੇ। ਯਤੀਮਖਾਨੇ ਜਾ ਕੇ ਦੇਖੋ, ਬਹੁਤੇ ਬੱਚੇ ਗਰੀਬ ਪਰਿਵਾਰਾਂ ਦੇ ਮਿਲ ਰਹੇ ਨੇ। ਹੁਣ ਜਿਹੜੇ ਅਮੀਰ ਪਰਿਵਾਰਾਂ ਦੇ ਬਜ਼ੁਰਗ ਨੇ ਉਹਨਾਂ ਵਿੱਚ ਸੀਨੀਅਰ ਸਿਟੀਜ਼ਨ ਹੋਮ 'ਚ ਕਿਉਂ ਹੈਗੇ ਨੇ? ਇਹਦਾ ਮਤਲਬ ਹੈ ਕੁਛ ਘਰ ਦੇ ਵਿੱਚ ਜਿਹੜੀ ਇੰਪੋਰਟੈਂਸ ਦੱਸੀ ਨਹੀਂ ਸੀ ਗਈ। ਮੈਂ ਇੱਕ ਡੈਫੀਨੇਸ਼ਨ ਆਪ ਕਾਇਨ ਕੀਤੀ ਹੈ ਕਿ ਵਾਟ ਫਾਦਰ, ਫਾਦਰ ਕਰਤਾ ਦਾ ਫੈਮਿਲੀ ਦਾ ਕ੍ਰੀਏਟਰ ਹੈ। ਉਹਦਾ ਗ੍ਰੈਂਡ ਵਰਡ ਲਗਾ ਦਿਓ, ਗ੍ਰੈਂਡ ਮੀਨ ਦਾ ਸ਼ਾਨਦਾਰ। ਜਦੋਂ ਗ੍ਰੈਂਡ ਫਾਦਰ ਕੰਬਾਈਨਡ ਗ੍ਰੈਂਡ ਫਾਦਰ ਬਣ ਜਾਏ, ਇਹਦਾ ਮਤਲਬ ਗ੍ਰੈਂਡ ਫਾਦਰ ਦਿਸ ਰਿਲੇਸ਼ਨਸ਼ਿਪ ਇਜ਼ ਬੈਟਰ ਦੈਨ ਫਾਦਰ। ਇਹ ਬੱਚਿਆਂ ਨੂੰ ਸੰਸਕਾਰ ਭਰੋ, ਜਿਹੜਾ ਸਿਖਾਓ ਉਹਨਾਂ ਨੂੰ। ਇਸੇ ਤਰ੍ਹਾਂ ਚਿਲਡਰਨ ਬੱਚੇ, ਉਹਦਾ ਗ੍ਰੈਂਡ ਲਗਾ ਦਿਓ, ਗ੍ਰੈਂਡ ਚਿਲਡਰਨ। ਇਹਦਾ ਮਤਲਬ ਚਿਲਡਰਨ ਕੋਲੋਂ ਗ੍ਰੈਂਡ ਚਿਲਡਰਨ ਬੈਟਰ ਨੇ। ਅਤੇ ਜੇ ਬੱਚਿਆਂ ਨੂੰ ਤੁਸੀਂ ਇਹ ਡੈਫੀਨੇਸ਼ਨ ਸਿਖਾਓ, ਮੇਰਾ ਖਿਆਲ ਹੈ ਕਿ ਜਸਟੀਫਾਈ ਕਰਵਾਓ, ਕਦੀ ਵੀ ਜਿਹੜੇ ਬਜ਼ੁਰਗਾਂ ਤੋਂ ਉਹ ਨਫ਼ਰਤ ਨਹੀਂ ਕਰਨਗੇ, ਅਵਾਇਡ ਨਹੀਂ ਕਰਨਗੇ, ਉਹਨੂੰ ਆਪਣੇ ਪਰਿਵਾਰ ਦਾ ਕਿੱਸਾ ਸਮਝਣਗੇ ਕਿ ਇਹ ਸਾਡੀ ਜ਼ਿੰਦਗੀ ਦਾ ਮਾਰਗਦਰਸ਼ਨ ਨੇ, ਇਹਨਾਂ ਕੋਲ ਐਕਸਪੀਰੀਅੰਸ ਹੈ। What's experience? Experience is a name which men give to their mistakes. ਜਿਹੜੀ ਮੇਰੀ ਕੱਲ੍ਹ ਦੀ ਗਲਤੀ ਸੀ ਮੇਰਾ ਤਜਰਬਾ ਬਣ ਗਈ। ਉਹ ਕਦੀ ਬਜ਼ੁਰਗ ਪੇਰੈਂਟਸ ਨੂੰ ਇਗਨੋਰ ਕਰਕੇ ਉਹ ਕਦੀ ਵੀ ਉਹਨਾਂ ਆਸ਼ਰਮ ਦੇ ਵਿੱਚ, ਸੀਨੀਅਰ ਸਿਟੀਜ਼ਨ ਹੋਮ ਦੇ ਵਿੱਚ, ਵਿਰਧ ਆਸ਼ਰਮ 'ਚ ਕਦੀ ਵੀ ਨਹੀਂ ਭੇਜਣਗੇ। ਗੱਲ ਸਿੰਪਲ ਆਉਂਦੀ ਕਿ ਯੂ ਕ੍ਰੀਏਟ ਹੈਲਦੀ ਐਟਮੋਸਫੀਅਰ ਇਨ ਦ ਫੈਮਿਲੀ। ਅਸੀਂ ਕਹਿੰਦੇ ਕਿ ਜਿਹੜੀ ਇਹਨਾਂ ਹੈਲਦੀ ਡਾਈਟ ਲਓ, ਜੇ ਹੈਲਦੀ ਡਾਈਟ ਲਓ ਤਾਂ ਲਿਵਿੰਗ ਵੀ ਤਾਂ ਹੈਲਦੀ ਹੋਣੀ ਚਾਹੀਦੀ ਹੈ। ਸਾਡਾ ਪਹਿਰਾਵਾ ਵੀ ਹੈਲਦੀ ਹੋਣਾ ਚਾਹੀਦਾ, ਸਾਡੀ ਹਰ ਚੀਜ਼ ਹੈਲਦੀ ਹੋਣੀ ਚਾਹੀਦੀ ਹੈ। ਇੱਕ ਹੈਲਦੀ ਐਟਮੋਸਫੀਅਰ ਕ੍ਰੀਏਟ ਕਰਕੇ ਰੱਖੀਏ ਜਿਹਦੇ 'ਚ ਅਸੀਂ ਵਿਚਾਰ ਵੀ ਹੈਲਦੀ ਹੋਣ। ਜਿਹੜਾ ਤੁਹਾਡੇ ਵਿਚਾਰ ਸੁਣੇ ਉਹ ਤਨ ਤੇ ਮਨ ਖਿਲ ਜਾਏ, ਯਾਰ ਕਿਤਨੇ ਖੂਬਸੂਰਤ ਵਿਚਾਰ ਨੇ, ਇਹ ਆਦਮੀ ਕਿਤਨਾ ਅੱਛਾ ਹੈ, ਇਹਦੇ ਮੂੰਹ 'ਚ ਫੁੱਲ ਡਿੱਗ ਰਹੇ ਨੇ, ਮੈਂ ਤਾਂ ਕੁਛ ਸਿੱਖਿਆ ਜਾ ਸਕਦਾ ਜਿਹੜਾ ਕਿ ਨਹੀਂ। ਜਿੱਥੇ ਅਸੀਂ ਗੱਲਾਂ ਕੀਤੀਆਂ, ਸਾਰੇ ਪੱਖ ਨੂੰ ਛੇੜਿਆ, ਉੱਥੇ ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਜਿੱਥੇ ਬੱਚੇ ਇਸ ਚੀਜ਼ ਨੂੰ ਲੈ ਕੇ ਚਿੰਤਤ ਨੇ, ਉੱਥੇ ਮਾਪੇ ਵੀ ਨੇ। ਤੇ ਕਿੱਦਾਂ ਉਹ ਇਸ ਚਿੰਤਾ ਚੋਂ ਬਾਹਰ ਨਿਕਲ ਕੇ ਜਿਹੜਾ ਸੁਚੱਜਾ ਜੀਵਨ ਜੀ ਸਕਣ। ਇੱਕ ਉਹਨਾਂ ਦੇ ਅੰਦਰ ਦੌੜ ਲੱਗ ਗਈ ਆ, ਬੇਲੋੜੀ ਜੀ ਦੌੜ। ਹਾਂਜੀ, ਦੇਖੋ ਗੱਲ ਇਸ ਤਰ੍ਹਾਂ ਹੈ ਕਿ ਮੇਰੇ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਬੱਚੇ ਜਿਹੜੇ ਨੇ ਉਹਨਾਂ ਨੂੰ ਗ੍ਰੇਟ ਮੈਨ ਦੀ ਲਾਈਫ ਪੜ੍ਹਨੀ ਚਾਹੀਦੀਆਂ ਨੇ ਕਿ ਹਾਊ ਦੇ ਬਿਕੇਮ ਗ੍ਰੇਟ। ਫਲੈਮਿੰਗ ਜਿਹੜਾ ਸੀ, ਹੀ ਵਾਜ਼ ਅ ਸਕਾਟਿਸ਼ ਫਾਰਮਰ, ਔਰ ਇੱਕ ਦਿਨ ਆਪਣੇ ਖੇਤ 'ਚ ਕੰਮ ਕਰ ਰਿਹਾ, ਪੜੋਸ 'ਚ ਦੇਖਦਾ ਹੈ ਕਿ ਤਲਾਬ ਵਿੱਚ ਇੱਕ ਲੜਕੇ ਦੀ ਚੀਖਣ ਦੀ ਆਵਾਜ਼ ਆ ਰਹੀ ਹੈ। ਉਹ ਮੱਡੀ ਤਲਾਬ ਸੀ, ਉਹਨੇ ਉਹਦੀ ਜਾਨ ਬਚਾ ਦਿੱਤੀ ਔਰ ਬਚਾ ਕੇ ਉਹ ਲੜਕਾ ਘਰ ਚਲਾ ਗਿਆ। ਨੈਕਸਟ ਉਸ ਕਿਸਾਨ ਨੇ ਆਪਣੇ ਘਰ ਤੋਂ ਬਾਅਦ ਦੇਖਿਆ ਕਿ ਵੱਡੀ ਕਾਰ ਖੜੀ ਹੈ, ਅਤੇ ਉਹ ਲੜਕਾ ਜਿਹਦੀ ਉਹਨੇ ਜਾਨ ਬਚਾਈ ਸੀ, ਉਹ ਲੜਕਾ ਅਤੇ ਉਹਦਾ ਫਾਦਰ ਕਹਿੰਦੇ ਜੀ ਤੁਸੀਂ ਮੇਰੇ ਬੇਟੇ ਦੀ ਜਾਨ ਬਚਾਈ ਹੈ ਅਤੇ ਆਈ ਵਾਂਟ ਟੂ ਰਿਵਾਰਡ ਯੂ, ਮੈਂ ਰਿਪੇ ਕਰਨਾ ਚਾਹੁੰਦਾ ਜੀ। ਉਹ ਕਿਸਾਨ ਕਹਿੰਦਾ ਹੈ ਫਲੈਮਿੰਗ ਕਿ ਮੈਂ ਜ਼ਿੰਦਗੀ ਸਾਡੇ ਬਜ਼ੁਰਗਾਂ ਨੇ ਦਿਖਾਇਆ ਕਿ ਨੈਵਰ ਚਾਰਜ ਐਨੀਥਿੰਗ ਫॉर ਗੁੱਡਨੈਸ, ਮੈਂ ਇਹਦਾ ਰਿਵਾਰਡ ਕੁਛ ਨਾ ਮੰਗਾ। ਕਹਿੰਦਾ ਜੇ ਲੜਕਾ ਕੋਲ ਖੜਾ ਕੌਣ ਹੈ? ਕਹਿੰਦਾ ਮੇਰਾ ਬੇਟਾ ਹੈ। ਕਹਿੰਦਾ ਫਿਰ ਇੱਕ ਮੈਂ ਫੇਵਰ ਕਰਨੀ ਚਾਹੁੰਦਾ,
ਮੇਰੇ ਬੱਚੇ ਦੇ ਨਾਲੇ ਬੱਚਾ ਪੜ੍ਹੇਗਾ, ਤੇਰੀ ਐਜੂਕੇਸ਼ਨ ਮੈਂ ਅਫੋਰਡ ਕਰਾਂਗਾ, ਯੂ ਕਾਂਟ ਅਫੋਰਡ ਇਟ। ਉਹ ਲੜਕਾ ਜਿਹੜਾ ਸੀ ਉਹਦੇ ਨਾਲ ਸੇਂਟ ਮੇਰੀਜ਼ ਕਾਲਜ ਲੰਡਨ, ਉਹ ਲੜਕਾ ਤੇ ਜਿਹੜਾ ਆਦਮੀ ਧਨਵਾਨ ਉਹਦੇ ਘਰ ਆਇਆ ਸੀ, ਉਹਦਾ ਬੇਟਾ, ਦੋਨੇ ਇਕੱਠੀ ਐਜੂਕੇਸ਼ਨ ਪ੍ਰਾਪਤ ਕੀਤੀ ਔਰ ਉਹ ਲੜਕਾ ਵੱਡਾ ਹੋ ਕੇ ਡਾਕਟਰ ਬਣਿਆ। ਅਲੈਗਜ਼ੈਂਡਰ ਫਲੈਮਿੰਗ ਦਾ ਬੇਟਾ ਜਿਹੜੀ ਅਲੈਗਜ਼ੈਂਡਰ ਫਲੈਮਿੰਗ, ਉਹ ਡਾਕਟਰ ਬਣਿਆ। ਉਸਨੇ ਪੈਨਸਿਲ ਦੀ ਜਿਹੜੀ ਸੀ ਉਹ ਇਨਵੈਂਸ਼ਨ ਕੀਤੀ ਔਰ ਉਹ ਜਿਹੜਾ ਧਨਵਾਨ ਆਦਮੀ ਆਇਆ ਸੀ ਉਹਦਾ ਬੇਟਾ ਬਿਮਾਰ ਪੈ ਗਿਆ ਨਮੂਨੀਆ ਦੇ ਨਾਲ। ਉਸ ਸੇਮ ਮੈਡੀਸਨ ਜਿਹੜੀ ਦਿੱਤੀ ਗਈ, ਉਹ ਬਿਮਾਰ ਹੋਇਆ, ਠੀਕ ਹੋਣ ਵਾਲਾ ਬੱਚਾ ਕੌਣ ਸੀ? ਹੀ ਵਾਜ਼ ਵਿੰਸਟਨ ਚਰਚਿਲ, ਪ੍ਰਾਈਮ ਮਿਨਿਸਟਰ। ਹੁਣ ਜਸਟ ਇਮੈਜਿਨ ਕਿ ਜੇਕਰ ਉਹ ਗੁੱਡਨੈਸ ਦੇ ਵਾਸਤੇ ਕੁਝ ਪ੍ਰਾਈਸ ਚਾਰਜ ਕਰ ਲੈਂਦਾ ਔਰ ਸਟੋਰੀ ਡਿਫਰੈਂਟ ਸੀ। ਅੱਜ ਦਾ ਬੱਚਾ ਜਲਦੀ ਦੁਨੀਆ ਤੱਕ, ਜਦ ਤੱਕ ਦੁਨੀਆ ਕਾਇਮ ਹੈ, ਉਸ ਦਾ ਨਾਮ ਰਹੇਗਾ ਕਿ ਇਸਨੇ ਪੈਨਸਿਲ ਦੀ ਅਵਿਸ਼ਕਾਰ ਜਿਹੜੀ ਕੀਤੀ ਸੀ। ਜਦੋਂ ਅਸੀਂ ਕੋਈ ਅੱਛੀਆਂ ਚੀਜ਼ਾਂ ਜਿਹੜੀਆਂ ਨਾ ਉਹ ਪੜ੍ਹਾਂਗੇ, ਸੁਣਾਂਗੇ, ਦੇਖਾਂਗੇ, ਅਸੀਂ ਬੱਚਿਆਂ ਨੂੰ ਸੰਸਕਾਰ ਜਿਹੜੇ ਟ੍ਰਾਂਸਫਰ ਕਰ ਸਕਦੇ ਹਾਂ। ਮੇਰੇ ਇੱਕ ਮਿੱਤਰ ਨੇ, ਉਹ ਗਏ ਜਰਮਨੀ, ਉਹ ਜਰਮਨੀ ਗਏ ਤਾਂ ਉਹ ਦੱਸਦੇ ਨੇ ਕਿ ਮੇਰੇ ਫਰੈਂਡ ਨੇ ਵੈਲਕਮ ਕਰਨ ਵਾਸਤੇ ਵੈਲਕਮ ਡਿਨਰ ਮੈਨੂੰ ਦਿੱਤਾ। ਵੀ ਹੈ ਲੈਵਿਸ਼ ਡਿਨਰ, ਜਿਸ ਨੂੰ ਸਾਡੇ ਪੰਜਾਬ 'ਚ ਰਿਵਾਜ ਹੈਗਾ। ਉਹ ਚੌਕ ਮਾਨਾ ਸਿੰਘ ਦਾ ਲੜਕਾ ਜੀ ਕਾਲਜ ਦੇ ਸਾਡੇ ਪਾਸ ਹੀ ਹੈ, ਅਤੇ ਲੈਵਿਸ਼ ਡਿਨਰ ਹੋਇਆ। ਕੁਛ ਝੂਠਾ ਰਹਿ ਗਿਆ, ਕੁਛ ਚਲਾ ਗਿਆ ਜੀ। ਔਰ ਦੋ ਲੇਡੀਜ਼ ਦੇਖ ਰਹੀਆਂ ਸਨ ਕਿ ਇਹ ਕਰ ਕੀ ਰਹੇ ਨੇ, ਇਹਨਾਂ ਫੂਡ ਜਿਹੜਾ ਵੇਸਟ ਕਰਤਾ। ਉਹਨਾਂ ਨੇ ਕਿਸੇ ਨੇ ਫੋਨ ਕੀਤਾ, 2 ਜੈਂਟਲਮੈਨ ਕੇਮ। ਉਹ ਉੱਥੋਂ ਦੇ ਜਿਹੜੇ ਸੀ, ਜਿਹੜੇ ਲਾਅ ਐਂਡ ਆਰਡਰ ਮੇਨਟੇਨ ਕਰਦੇ ਆ, ਉਹ ਕਰਮਚਾਰੀ ਸਨ। ਕਹਿੰਦੇ ਯੂ ਹੈਵ ਫਾਈਨਡ 50 ਮਾਰਕਸ। ਉਹ ਤੋਂ ਦੀ ਕਰੰਸੀ ਸੀ। ਕਹਿੰਦਾ ਵਾਟ ਵੀ ਹੈਵ ਡਨ? ਕਹਿੰਦਾ ਤੁਸੀਂ ਫੂਡ ਵੇਸਟ ਕੀਤਾ। ਕਹਿੰਦਾ ਵਾਟ ਯੂ ਟਾਕਿੰਗ? ਵੀ ਹੈਵ ਪੇਡ ਅ ਪ੍ਰਾਈਸ। ਕਹਿੰਦਾ ਜੈਂਟਲਮੈਨ ਲਿਸਨ, ਮਨੀ ਇਜ਼ ਯੋਰਸ, ਰਿਸੋਰਸਿਸ ਆਰ ਆਵਰਸ। ਸਾਡੇ ਤੁਸੀਂ ਰਿਸੋਰਸ ਆ ਕੇ ਯੂ ਕਾਂਟ ਵੇਸਟ। ਸਾਡੇ ਕਿੰਨੇ ਰਿਸੋਰਸ ਜਿਹੜੇ ਨੇ ਉਹ ਵੇਸਟ ਹੋ ਰਹੇ ਨੇ। ਇਸ ਕਰਕੇ ਜਿੰਨਾ ਵੀ ਬੱਚਿਆਂ ਨੂੰ ਤੁਸੀਂ ਮੋਟੀਵੇਟ ਕਰ ਸਕਦੇ ਜੇ, ਛੋਟੀਆਂ ਛੋਟੀਆਂ ਗੱਲਾਂ ਹੀ ਹਿੱਸਾ ਬਣ ਕੇ ਚੰਗਾ ਜੀਵਨ ਛੋਟੀ ਇਹ ਗੱਲ ਸਿਖਾਇਆ ਜਾਏਗਾ ਪੇਰੈਂਟਸ ਦੇ ਉੱਪਰ ਹੀ ਆ ਜਾਂਦੀ ਹੈ। ਕਿਉਂਕਿ ਸਰ ਜੋ ਕਿਉਂਕਿ ਬੱਚੇ ਆ ਉਹ ਪੇਰੈਂਟਸ ਨੂੰ ਰੈਪਲੀਕੇਟ ਕਰਦੇ ਆ। ਅਗਰ ਪੇਰੈਂਟਸ ਆਲ ਦਾ ਡੇ ਮੋਬਾਈਲ ਆਪਰੇਟ ਕਰ ਰਹੇ ਨੇ, ਸਟੂਡੈਂਟਸ ਸੌਰੀ ਜੋ ਬੱਚੇ ਆ ਉਹਨਾਂ ਨੇ ਵੀ ਮੋਬਾਈਲ ਹੀ ਦੇਖਣਾ ਹੈ, ਜੋ ਖਾਣਾ ਵੀ ਨਹੀਂ ਖਾਣਾ। ਵੇਖ ਕੇ ਜ਼ਿਆਦਾ ਸਿੱਖਣਾ ਉਹਨਾਂ ਨੇ। ਕਈ ਵਾਰੀ ਅਸੀਂ ਕਰ ਦਿੰਦੇ ਆ, ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦੇ ਆ ਛੋਟੇ ਛੋਟੇ ਚੀਜ਼ਾਂ ਤੇ, ਕਿ ਹਾਈਟ ਤੋਂ, weight ਤੋਂ। ਇਹ ਵੀ ਇੱਕ ਤਰ੍ਹਾਂ ਨਾਲ ਨੈਗੇਟਿਵਿਟੀ Complex ਆ ਵੱਲ ਜਾਂਦਾ, mind ਨੈਗੇਟਿਵ relax ਚਲੇ ਜਾਂਦੇ ਬੱਚੇ। ਇਹ ਸੀਗੇ ਅੱਜ ਦੇ ਵਿਚਾਰ ਵਟਾਂਦਰੇ ਕਿ ਚੰਗਾ ਜੀਵਨ ਕਿੱਦਾਂ ਜੀਆ ਜਾ ਸਕਦਾ। ਇਦਾਂ ਦੇ ਹੀ ਟੌਪਿਕ ਲੈ ਕੇ ਅਸੀਂ ਅੱਗੇ ਵੀ ਆਵਾਂਗੇ। ਔਰ ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਇਦਾਂ ਦੇ ਵਿਚਾਰ ਵਟਾਂਦਰੇ, ਇਦਾਂ ਦੀਆਂ ਸਾਂਝਾਂ ਲੈ ਕੇ ਅਸੀਂ ਦੇਸ਼ ਦੁਨੀਆ ਤੱਕ ਪਹੁੰਚ ਸਕੀਏ। ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।